चीज हुई है इतिहासिक दिन सी हर एक ਜ਼ਿਲ੍ਹੇ ਦੇ ਵਿੱਚ ਹਰ ਇੱਕ ਟਾਊਨ ਤੋਂ ਟਰੈਕਟਰ ਟਰਾਲੀਆਂ ਭਰ ਕੇ ਗਈਆਂ ਇੰਨਾ ਹੰਗਾਰਾ ਮਿਲਿਆ ਤਾਂ ਕਿਉਂ ਨਹੀਂ ਤੁਸੀਂ ਇੱਕ ਵਾਰੀ ਵੀ ਉਹਨੂੰ ਮੈਂਸ਼ਨ ਕੀਤਾ। ਇੱਕ ਧਰਨੇ ਤੇ ਅੰਨਦਾਤਾ ਜਿਹਨੂੰ ਆਪਾਂ ਕਹਿੰਦੇ ਆ ਉਹ ਡਾਂਗਾ ਖਾ ਰਿਹਾ ਉਹਦੀਆਂ ਪੱਗਾਂ ਲੈ ਰਹੀਆਂ ਉਹ ਜ਼ਿਆਦਾ ਇੰਪੋਰਟੈਂਟ ਹੈ ਕਿ ਦੀਪਿਕਾ ਪਾਦੂਕੋਣ ਦੀ ਸਿਰਫ ਇੱਕ ਚੈਟ ਲੀਕ ਹੋਈ ਹੈ ਵੀ ਉਹ ਖਬਰਾਂ ਡਰੱਗਸ ਲੈਂਦੇ ਆ ਹਲੇ ਖਰਾ ਨਹੀਂ ਉਹ ਤੇ ਹਲੇ ਕੁਐਸਚਨ ਮਾਰਕ ਹੈ ਉਹ ਤੇ ਸਾਰਾ ਮੁਲਕ ਉਲਰਿਆ ਪਿਆ। ਆਪ ਦੀ ਫਸਲ ਜਿੱਥੇ ਜਾ ਕੇ ਮਰਜ਼ੀ ਵੇਚੋ ਆਪ ਦੀ ਜਿਹੜੀ ਫਸਲ ਹੈ ਤੁਸੀਂ ਯੂਪੀ 'ਚ ਜਾ ਕੇ ਵੇਚੋ ਕਲਕੱਤੇ 'ਚ ਜਾ ਕੇ ਵੇਚੋ ਬਾਈ ਜੀ ਜਿਹਨੂੰ 2-3 ਕਿੱਲੇ ਜ਼ਮੀਨ ਦੇ ਆਉਂਦੇ ਆ ਉਹ ਟਰੈਕਟਰ 'ਤੇ ਤੇਲ ਪਾ ਕੇ ਮੰਡੀ ਤੱਕ ਤਾਂ ਮਸਾਂ ਪਹੁੰਚਦਾ। ਕਿਸਾਨ ਸੈਟੀਸਫਾਈ ਨਹੀਂ ਹੋਇਆ ਉਹਨੂੰ ਲੱਗਿਆ ਕਿ ਯਾਰ ਮੇਰੇ ਨਾਲ ਜੋ ਡੀਲ ਕੀਤੀ ਗਈ ਸੀ ਮੇਰੇ ਫਸਲ ਦੇ ਜੋ ਭਾਅ ਮਿੱਠੇ ਗਏ ਸੀ ਜੋ ਮੈਨੂੰ ਲੱਗਦਾ ਸੀ ਮੈਨੂੰ ਦਿੱਤੇ ਜਾਣਗੇ ਡੀਲ ਤੋਂ ਪਹਿਲਾਂ ਮੈਨੂੰ ਨਹੀਂ ਮਿਲੇ ਬਾਈ ਉਹ ਕੇਸ ਹੀ ਨਹੀਂ ਕਰ ਸਕਦਾ। ਮੇਰੇ ਘਰੇ ਮੇਰੇ ਮਦਰ ਦੀ ਮੌਤ ਤਾਂ ਕੈਂਸਰ ਨਾਲ ਹੋਈ ਹੈ ਤੇ ਉਹ ਪਾਣੀ ਦੀ ਵਜ੍ਹਾ ਨਾਲ ਹੋਈ ਹੈ ਮੈਂ ਕਿਹਨੂੰ ਜ਼ਿੰਮੇਵਾਰ ਠਹਿਰਾਵਾਂ। ਰੈਲੀ ਤੇ ਉਹਨੇ ਆਉਣਾ ਰਟਾਇਆ ਭਾਸ਼ਣ ਦੇਣਾ ਮੂਹਰੇ ਕੂਕਾਂ ਪੈਣੀਆਂ ਜਕਾਰੇ ਲਾਉਣ ਨੂੰ 10-20 ਜਣੇ ਮੂਹਰੇ ਬਿਠਾਏ ਹੁੰਦੇ ਆ ਵੀ ਗੱਲ ਚੰਗੀ ਲੱਗੇ ਮਾੜੀ ਲੱਗੇ ਨਾ ਐ ਪਤਾ ਜਕਾਰਾ ਕਿਤੇ ਲਾਉਣਾ ਕਿਤੇ ਨਹੀਂ ਲਾਉਣਾ ਵੀ ਚੱਕਦੀ ਮਗਰ ਮੇਰੇ ਫੱਟੀ ਵੀ ਜਿਹੜੀਆਂ ਇਹ ਸਕੀਮਾਂ ਨੇ ਇਹ ਪੁਰਾਣੀਆਂ ਹੋ ਗਈਆਂ ਤੁਸੀਂ ਪਹਿਲਾਂ ਚਲਾ ਲੀਆਂ ਸਾਡੇ ਬਾਪ ਦਾਦਿਆਂ ਨਾਲ ਚਲਾ ਲੀਆਂ। ਅੱਜ ਦਾ ਯੂਥ ਕੱਲਾ ਇਹ ਨਹੀਂਗਾ ਜੀ ਪੰਜਾਬ ਦਾ ਨੌਜਵਾਨ ਨਸ਼ੇ ਕਰਦਾ ਸਾਰੇ ਨਸ਼ੇ ਕਰਦੇ ਹਰੇਕ ਨੂੰ ਕਹਿ ਦਿੰਦੇ ਆ ਨਸ਼ੇ ਕਰਦੇ ਆ ਐਂ ਕਰਦੇ ਆ ਜਿਹੜਾ ਪੜ੍ਹਿਆ ਲਿਖਿਆ ਉਹਦਾ ਜ਼ਿਕਰ ਹੀ ਨਹੀਂ। ਮੈਨੂੰ ਤਾਂ ਬਾਈ ਇਹ ਸਮਝ ਨਹੀਂ ਆਉਂਦੀ ਮੈਨੂੰ ਕਈ ਹੁਣ ਫੋਨ ਕਈ ਵਾਰੀ ਆ ਜਾਂਦੇ ਆ ਮੈਨੂੰ ਕਹਿੰਦੇ ਆ ਯਾਰ ਤੁਸੀਂ ਕਾਹਨੂੰ ਚੱਲੇ ਹੋ ਉੱਥੇ ਮੰਡੀਰ ਆਜੂ ਉਹ ਮੈਂ ਕਿਹਾ ਜਿਹਨੂੰ ਤੁਸੀਂ ਮੰਡੀਰ ਕਹਿੰਦੇ ਹੋ ਇਹੀ ਤਾਂ ਯੂਥ ਆ। ਹੁਣ ਮੰਡੀਰ ਵਾਲਾ ਟੈਗ ਕਿੰਨਾ ਜੇ ਤਾਂ ਕੋਈ ਇਕੱਠ ਕਰਦਾ ਅਸੀਂ ਕਿਹੜਾ ਕੋਈ ਹੋਲੀ ਖੇਡਦੇ ਫਿਰਦੇ ਇੱਕ ਦੂਜੇ ਅੰਡੇ ਮਾਰਦੇ ਫਿਰਦੇ ਆ ਅਸੀਂ ਉੱਥੇ ਆਰਾਮ ਨਾਲ ਬੈਠੇ ਆ ਜਿਹੜਾ ਬੁਲਾਰਾ ਆ ਰਿਹਾ ਉਹਨੂੰ ਮੁੰਡੇ ਖੁੰਡੇ ਸੁਣ ਰਹੇ ਆ। ਕਿਸਾਨੀ ਸੰਘਰਸ਼ ਦੇ ਵਿੱਚ ਬੜਾ ਲਾਜ਼ਮੀ ਹੈ ਕਿ ਹੁਣ ਕਲਾਕਾਰਾਂ ਦੇ ਨਾਲ ਹਰ ਵਰਗ ਸੜਕਾਂ ਤੇ ਉਤਰੇ ਤੇ ਕਿਸਾਨ ਦੇ ਨਾਲ ਖੜੇ ਪਰ ਕਮਾਲ ਦੀ ਜ਼ਿੰਮੇਵਾਰੀ ਇਸ ਵਾਰ ਕਿਸਾਨਾਂ ਦੇ ਨਾਲ ਕਿਸਾਨ ਜਥੇਬੰਦੀਆਂ ਦੇ ਨਾਲ ਕਲਾਕਾਰ ਨਿਭਾ ਰਹੇ ਨੇ। ਅੰਮ੍ਰਿਤ ਮਾਨ ਅੱਜ ਸਾਡੇ ਨਾਲ ਨੇ ਗੋਨਿਆਣੇ ਦੇ ਵਿੱਚ ਵੱਡਾ ਇਕੱਠ ਹੋਇਆ ਬਾਈ ਜੀ। ਪਹਿਲੀ ਗੱਲ ਤਾਂ ਤੁਹਾਡਾ ਆਪਦਾ ਪਿੰਡ ਹੈ ਮੁਬਾਰਕ ਤਾਂ ਹਾਲੇ ਨਹੀਂ ਦੇਵਾਂਗਾ ਅਜੇ ਬੜੀ ਲੰਮੀ ਲੜਾਈ ਹੈ ਪਰ ਫਿਰ ਵੀ ਅੱਜ ਦਾ ਜਿਹੜਾ ਇਕੱਠ ਰਿਹਾ ਲੋਕ ਨਾਲ ਨੇ। ਬਿਲਕੁਲ ਜੀ ਐਂਡ ਮੈਨੂੰ ਖੁਸ਼ੀ ਇਹ ਹੋਈ ਕਿ ਨੌਜਵਾਨਾਂ ਨੂੰ ਘੱਟੋ ਘੱਟ ਪਤਾ ਤਾਂ ਹੈ ਕਿ ਸਾਡੇ ਨਾਲ ਕੀ ਹੋ ਰਿਹਾ ਨਹੀਂ ਤਾਂ ਬਹੁਤੀ ਵਾਰ ਕੀ ਹੁੰਦਾ ਕਿ ਜਦੋਂ ਆਪਾਂ ਨਿਊਜ਼ ਚੈਨਲ ਦੇਖਦੇ ਹਾਂ ਉੱਥੇ ਕੋਈ ਵੀ ਪ੍ਰੋਬਲਮ ਡਿਸਕਸ ਹੋ ਰਹੀ ਹੁੰਦੀ ਹੈ ਨਾ ਤਾਂ ਇਹ ਹਿਊਮਨ ਨੇਚਰ ਆ ਘਰੇ ਬੈਠੇ ਨੂੰ ਬੰਦੇ ਨੂੰ ਲੱਗਦਾ ਯਾਰ ਮੇਰੇ ਨਾਲ ਥੋੜ੍ਹਾ ਹੋਈ ਆ ਆਪਾਂ ਨੂੰ ਕੀ ਲੋੜ ਆ ਪਰ ਮੈਂ ਅੱਜ ਦੇਖਿਆ ਵਪਾਰੀ ਵਰਗ ਦਾ ਕਾਲਜ 'ਚ ਪੜ੍ਹਨ ਵਾਲਾ ਕਿਸਾਨ ਦਾ ਬੇਟਾ ਹਰ ਯੂਥ ਮੈਂ ਕਹਿ ਸਕਦਾ 25 ਸਾਲ ਤੋਂ ਥੱਲੇ ਵਾਲੇ ਲਗਭਗ ਬਹੁਤ ਜ਼ਿਆਦਾ ਸੰਖਿਆ ਦੇ ਵਿੱਚ ਪਹੁੰਚੇ ਹੋਏ ਸੀ ਉਹ ਸਾਡੀ ਮੈਂ ਕਹੂੰਗਾ ਹਾਲੇ ਜਿੱਤ ਤਾਂ ਨਹੀਂ ਕਹਿ ਸਕਦਾ ਪਰ ਖੁਸ਼ੀ ਹੋਈ ਦੇ ਹਾਂ ਮੈਨੂੰ ਇਹ ਹੁੰਦਾ ਕਿ ਦੇਖੋ ਨੈਸ਼ਨਲ ਮੀਡੀਆ ਨਾ ਜਿਹੜਾ ਉਹਦਾ ਸਕੋਪ ਵੱਡਾ ਆਡੀਅנס ਦੀ ਰੀਚ ਵੱਡੀ ਆ ਮੈਨੂੰ ਇਹ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਸਾਰਿਆਂ ਦੇ ਮੈਂ ਦੇਖਿਆ ਖੁਦ ਕਾਲਸ ਆਉਂਦੇ ਆ ਕਿ ਤੁਸੀਂ ਕਿਹੜੀ ਜਗ੍ਹਾ ਰੋਸ ਪ੍ਰਦਰਸ਼ਨ ਕੀਤਾ ਵੀ ਅਸੀਂ ਤੁਹਾਨੂੰ ਕਵਰ ਕਰਨਾ ਚਾਹੁੰਦੇ ਹੋ ਤੁਸੀਂ ਆਪਣਾ ਫਰਜ਼ ਨਿਭਾ ਰਹੇ ਹੋ। ਨੈਸ਼ਨਲ ਮੀਡੀਆ ਵੇਲੇ ਕੀ ਹੋ ਜਾਂਦਾ ਪੰਜਾਬ ਨੇ ਐਡਾ ਇੰਪੋਰਟੈਂਟ ਰੋਲ ਪਲੇ ਕੀਤਾ ਸ਼ੁਰੂ ਤੋਂ ਨੈਸ਼ਨਲ ਮੀਡੀਆ ਮੈਂ ਖੋਲ ਕੇ ਦੇਖਿਆ ਚੈਨਲ ਕਿਤੇ ਜ਼ਿਕਰ ਹੀ ਨਹੀਂ ਉੱਥੇ ਕਿਤੇ ਜ਼ਿਕਰ ਹੀ ਨਹੀਂ ਵੀ 25 ਸਤੰਬਰ ਨੂੰ ਪੰਜਾਬ ਬੰਦ ਐਲਾਨਿਆ ਗਿਆ ਤੇ ਉਹਨੂੰ ਇੰਨਾ ਭਰਮਾ ਹੰਗਾਰਾ ਮਿਲਿਆ। ਤੁਸੀਂ ਖੁਦ ਦੱਸੋ ਬਾਈ ਜੀ ਤੁਸੀਂ ਇਹ ਤਾਂ ਮੰਨਦੇ ਹੋ ਨਾ ਵੀ ਜਿਹੜਾ ਪੰਜਾਬ ਬੰਦ ਸੀ ਉਹਨੂੰ ਭਰਮਾ ਹੰਗਾਰਾ ਮਿਲਿਆ ਉਹ ਭਰਮਾ ਹੰਗਾਰਾ ਮਿਲਿਆ ਇਹੀ ਨਿਊਜ਼ ਕਿਤੇ ਨਹੀਂ ਮੈਨੂੰ ਚੱਲਦੀ ਨਜ਼ਰ ਆ ਰਹੀ ਇਹ ਚੀਜ਼ ਦਾ ਬੜਾ ਦੁੱਖ। ਪਰ ਇਹ ਤੁਹਾਨੂੰ ਲੱਗਦਾ ਕਿ ਚਾਹੇ ਤੁਸੀਂ ਉੱਥੋਂ ਜ਼ਿਕਰ ਕਰ ਰਹੇ ਸੀਗੇ ਕਿ ਦੀਪਿਕਾ ਪਾਦੂਕੋਣ ਇੰਪੋਰਟੈਂਟ ਹੋਗੀ ਉਹਨੇ ਕਿਹੜੀ ਪੁੜੀ ਉਹਦੇ ਬੈਗ ਚੋਂ ਲੱਭੀ ਇਹ ਇੰਪੋਰਟੈਂਟ ਹੋਗੀ ਕਿਸਾਨ ਦੀ ਗੱਲ ਤੁਹਾਨੂੰ ਕੀ ਲੱਗਦਾ ਕਿਉਂ ਨਹੀਂ ਹੋ ਰਹੀ ਕੀ ਉਹ ਵੀ ਪ੍ਰਭਾਵ ਹੇਠ ਹੈ? ਮੈਂ ਇਹ ਕਹੂੰਗਾ ਜੀ ਦੇਖੋ ਆਪਾਂ ਡਿਸਟਰੈਕਟ ਤਾਂ ਕੀਤਾ ਜਾ ਰਿਹਾ ਇਸ ਚੀਜ਼ 'ਚ ਕੋਈ ਸ਼ੱਕ ਨਹੀਂ ਹੈ ਡਿਸਟਰੈਕਟ ਤਾਂ ਕੀਤਾ ਜਾ ਰਿਹਾ ਕਾਹ ਤੋਂ ਇੱਕ 25 ਸਤੰਬਰ ਬੜਾ ਇਤਿਹਾਸਕ ਦਿਨ ਰਿਹਾ ਨਹੀਂ ਤਾਂ ਨਾਰਮਲੀ ਕਿਸਾਨ ਯੂਨੀਅਨ ਆਪਾਂ ਦੇਖਦੇ ਹਾਂ ਬੜੇ ਚਿਰ ਤੋਂ ਹੱਕਾਂ ਲਈ ਲੜਦੇ ਆ ਰਹੀ ਹੈ ਆਪਣੇ ਕਿਸਾਨਾਂ ਦੀ ਪਰ ਇਸ ਵਾਰੀ ਨੌਜਵਾਨ ਵੀ ਸੜਕ ਤੇ ਉਤਰੇ ਐਡੀ ਚੀਜ਼ ਹੋਈ ਹੈ ਇਤਿਹਾਸਿਕ ਦਿਨ ਸੀ ਹਰ ਇੱਕ ਜ਼ਿਲ੍ਹੇ ਦੇ ਵਿੱਚ ਹਰ ਇੱਕ ਟਾਊਨ ਤੋਂ ਟਰੈਕਟਰ ਟਰਾਲੀਆਂ ਭਰ ਕੇ ਗਈਆਂ ਇੰਨਾ ਹੰਗਾਰਾ ਮਿਲਿਆ ਤਾਂ ਕਿਉਂ ਨਹੀਂ ਤੁਸੀਂ ਇੱਕ ਵਾਰੀ ਵੀ ਉਹਨੂੰ ਮੈਂਸ਼ਨ ਕੀਤਾ ਵੀ ਪੰਜਾਬ ਦੇ ਕਿਸਾਨਾਂ ਨਾਲ ਇਹ ਹੋ ਰਿਹਾ ਕਿਉਂ ਨਹੀਂ ਡਿਬੇਟ ਆ ਰਹੀਆਂ ਡਿਬੇਟ ਹੁੰਦੀਆਂ ਡਿਸਕਸ਼ਨਸ ਹੁੰਦੀਆਂ ਸਾਰੇ ਪਾਰਟੀ ਮੈਂਬਰ ਜਦੋਂ ਬੈਠਦੇ ਉਹਨਾਂ ਨੂੰ ਕ੍ਰਾਸ ਕੁਐਸਚਨਸ ਹੁੰਦੇ ਆ ਕਿ ਤੁਹਾਡੀ ਕੀ ਰਾਏ ਆ ਉਹ ਬਿਲਕੁਲ ਹੋ ਹੀ ਨਹੀਂ ਰਿਹਾ। ਸਮਾਂ ਦੀ ਮਿਊਟ ਕਰਨਾ ਜਦੋਂ ਇੱਕ ਚੈਨਲ ਜਦੋਂ ਇੱਕ ਬਿੱਲ ਪਾਸ ਕੀਤਾ ਗਿਆ ਉਹਨੂੰ ਮਿਊਟ ਕਰਨਾ ਮੈਨੂੰ ਤਾਂ ਸਮਝ ਨਹੀਂ ਆਉਂਦਾ ਵੀ ਇਹ ਡਾਈਵਰਜੈਂਸ ਕਿਉਂ ਹੋ ਰਹੀਆਂ। ਉਸੇ ਦਿਨ ਹੀ 25 ਸਤੰਬਰ ਨੂੰ ਜੋ ਦੀਪਿਕਾ ਵਾਲਾ ਜੋ ਹੋਇਆ ਦੇਖੋ ਉਹਨਾਂ ਦੇ ਆਪਣੇ ਮੁੱਦੇ ਆ ਇਹ ਨਹੀਂ ਮੈਂ ਕਹਿ ਰਿਹਾ ਉਹਨਾਂ ਦੇ ਮੁੱਦੇ ਸੀਰੀਅਸ ਨਹੀਂ ਪਰ ਇੱਕ ਧਰਨੇ ਤੇ ਅੰਨਦਾਤਾ ਜਿਹਨੂੰ ਆਪਾਂ ਕਹਿੰਦੇ ਆ ਉਹ ਡਾਂਗਾ ਖਾ ਰਿਹਾ ਉਹਦੀਆਂ ਪੱਗਾਂ ਲੈ ਰਹੀਆਂ ਉਹ ਜ਼ਿਆਦਾ ਇੰਪੋਰਟੈਂਟ ਹੈ ਕਿ ਦੀਪਿਕਾ ਪਾਦੂਕੋਣ ਦੀ ਸਿਰਫ ਇੱਕ ਚੈਟ ਲੀਕ ਹੋਈ ਹੈ ਵੀ ਉਹ ਖਬਰਾਂ ਡਰੱਗਸ ਲੈਂਦੇ ਆ ਹਲੇ ਖਰਾ ਨਹੀਂ ਉਹ ਤੇ ਹਲੇ ਕੁਐਸਚਨ ਮਾਰਕ ਹੈ ਉਹ ਤੇ ਸਾਰਾ ਮੁਲਕ ਉਲਰਿਆ ਪਿਆ ਉਹ ਮੈਂ ਮੇਰੇ ਸਮਝ ਤੋਂ ਬਾਹਰ। ਬੜਾ ਕਿਹਾ ਜਾਂਦਾ ਸੀਗਾ ਵੀ ਨੌਜਵਾਨੀ ਤੁਹਾਨੂੰ ਸੁਣਦੀ ਹੈ ਉਹ ਸਾਰੇ ਸਵਾਲ ਹੁਣ ਮੀਡੀਆ ਅਸੀਂ ਆਪਦੀ ਜ਼ਿੰਮੇਵਾਰੀ ਵੀ ਅੱਜ ਸਮਝਦੇ ਹਾਂ ਤੁਹਾਨੂੰ ਅੱਜ ਅਸੀਂ ਕੋਈ ਸਵਾਲ ਨਹੀਂ ਕਰਾਂਗੇ ਕਿ ਤੁਸੀਂ ਕਿਹੋ ਜਿਹੇ ਗੀਤ ਗਾਏ ਕਿਹੋ ਜਿਹਾ ਨਹੀਂ ਗਾਇਆ ਅੱਜ ਤੁਸੀਂ ਜ਼ਿੰਮੇਵਾਰੀ ਨਿਭਾ ਰਹੇ ਹੋ ਤੁਹਾਨੂੰ ਸਾਰਿਆਂ ਨੂੰ ਸਲਾਮ ਹੈ। ਤੁਹਾਨੂੰ ਲੱਗਦਾ ਕਿ ਯੂਥ ਨੂੰ ਇਹ ਸਮਝਾਉਣਾ ਕਿ ਬਿੱਲ ਕੀ ਨੇ ਤੁਹਾਡੇ ਵਾਸਤੇ ਥੋੜਾ ਜਿਹਾ ਸੌਖਾ ਹੈ ਤੁਹਾਡੀ ਗੱਲ ਉਹ ਸੁਣਨਗੇ?
ਮੈਂ ਤਾਂ ਬਾਈ ਜੀ ਜਦੋਂ ਵੀ ਕਿਸੇ ਸਟੇਜ ਤੇ ਜਾਣਾ, ਜਦੋਂ ਵੀ ਮੇਰੀ ਕਿਸੇ ਨਾਲ ਗੱਲ ਹੁੰਦੀ ਆ, ਮੈਂ ਇਹੀ ਮੱਥਾ ਮਾਰਦਾ ਕਿ ਦੇਖੋ ਜਿਹੜੀ ਲੈਂਗੁਏਜ ਹੁੰਦੀ ਆ ਨਾ ਬਿੱਲ ਦੀ, ਕੋਈ ਵੀ ਜਿਹੜਾ ਪਾਸ ਕੀਤਾ ਜਾਂਦਾ, ਕੋਈ ਵੀ ਕਾਨੂੰਨ ਹੈ, ਚਲੋ ਬਿੱਲ ਛੱਡੋ ਤੁਸੀਂ, ਮੈਂ ਅਕਸਰ ਦੇਖਦਾ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਨਾ, ਤੇ ਮੈਂ ਫਾਦਰ ਸਾਹਿਬ ਹੋਣਾ ਨਾ ਜਦੋਂ ਕੋਈ ਰੂਲ ਪਾਸ ਹੋਣਾ ਤਾਂ ਜਦੋਂ ਟੀਵੀ ਤੇ ਚੱਲਣਾ ਹਨਾ, ਉਹ ਲੈਂਗੁਏਜ ਐਡੀ ਹਾਰਡ ਯੂਜ਼ ਕੀਤੀ ਜਾਂਦੀ ਸੀ ਕਿ ਆਮ ਬੰਦੇ ਦੇ ਸਮਝ ਨਾ ਆਵੇ ਵੀ ਇਹ ਚੀਜ਼ ਹੈ ਕੀ। ਸੋ ਹੁਣ ਸਾਡਾ ਇਹੀ ਜ਼ੋਰ ਲੱਗਿਆ ਹੋਇਆ ਵੀ ਜਿਹੜੇ 3 ਬਿੱਲ ਪਾਸ ਹੋਏ ਆ, ਇਹ ਜਿਹੜੇ ਇਹਨੂੰ ਸਮਝੋ ਤਾਂ ਸਹੀ, ਸਮਝਾਉਣ ਤੇ ਜ਼ੋਰ ਵੱਧ ਲੱਗ ਰਿਹਾ ਕਿਉਂਕਿ ਪਲੇਟਫਾਰਮ ਹੀ ਖਤਮ ਕਰਤੇ। ਨੈਸ਼ਨਲ ਮੀਡੀਆ ਤੇ ਜੋ ਬਿੱਲ ਦਾ ਜ਼ਿਕਰ ਹੋਊ ਵਾਰ-ਵਾਰ, ਜੋ ਬਿੱਲ ਤੇ ਸਿਆਸੀ ਲੀਡਰ ਬੈਸਣਗੇ, ਮੈਂ ਤਾਂ ਹਲੇ ਵੀ ਕਹੂੰਗਾ ਬਈ ਹੋ ਸਕਦਾ ਸਾਨੂੰ 10% 20% ਘੱਟ ਨੌਲੇਜ ਹੋਵੇ, ਪਰ ਸਿਆਸੀ ਲੀਡਰ ਜਿਨ੍ਹਾਂ ਦਾ ਕੰਮ ਹੈ, ਇੱਕ ਪੜ੍ਹਿਆ ਲਿਖਿਆ ਜਰਨਲਿਸਟ ਬੰਦਾ ਜਿਹਨੂੰ ਇਸ ਚੀਜ਼ ਨੂੰ, ਉਹਨਾਂ ਦੀ ਕਿਉਂ ਨਹੀਂ ਡਿਬੇਟ ਕਰਾਈ ਜਾਂਦੀ? ਉੱਥੇ ਜਿਹੜਾ ਵਾਰ-ਵਾਰ ਕੁਐਸਚਨ ਇਹੀ ਉੱਠਦਾ, ਸਾਨੂੰ ਸਮਝਾਇਆ ਹੀ ਨਹੀਂ ਜਾ ਰਿਹਾ ਕਿ ਬਿੱਲ 'ਚ ਹੈ ਕੀ, ਤਾਂ ਆਪਾਂ ਲੜਾਂਗੇ ਕੀ? ਤੁਸੀਂ ਆਪਣੇ ਤੌਰ ਤੇ ਕੀ ਮੋਟਾ-ਮੋਟਾ ਸਮਝਾਉਣੇ ਹੋ? ਜਦੋਂ ਬਹੁਤ ਦਿਨ ਹੋ ਗਏ ਹੁਣ ਤੁਸੀਂ ਸੰਬੋਧਨ ਕਰ ਰਹੇ ਹੋ, ਦਿਨ ਰਾਤ ਤੁਸੀਂ ਭੱਜੇ ਫਿਰਦੇ ਹੋ, ਧਰਨੇ ਲਾ ਰਹੇ ਹੋ, ਤਾਂ ਕੀ ਸਮਝਾਉਣੇ ਹੋ ਉੱਥੇ ਆਪਣੇ ਤੌਰ ਤੇ ਮੋਟਾ-ਮੋਟਾ ਜਿਹੜੇ ਲੋਕ ਸੁਣ ਰਹੇ ਆ? ਮੋਟਾ-ਮੋਟਾ ਬਾਈ ਜੀ ਇੱਕ ਤਾਂ ਮੈਂ ਇਹ ਸਮਝਾਉਂਗਾ ਕਿ ਦੇਖੋ ਪ੍ਰਾਈਵੇਟਾਈਜੇਸ਼ਨ, ਜਿਹੜਾ ਸੌਖੇ ਸ਼ਬਦਾਂ 'ਚ ਜੇ ਮੈਂ ਸਮਝਾਵਾਂ, ਪ੍ਰਾਈਵੇਟ ਅਦਾਰੇ ਵਾੜੇ ਜਾ ਰਹੇ ਆ। ਸਰਕਾਰ ਸਿੱਧੇ ਤੌਰ ਤੇ ਨਹੀਂ ਤਾਂ ਇਨਡਾਇਰੈਕਟ ਤੌਰ ਤੇ ਮੈਂ ਕਹਿ ਸਕੂੰਗਾ ਵੀ ਇਸ ਚੀਜ਼ ਚੋਂ ਪਿੱਛੇ ਹਟ ਰਹੀ ਹੈ, ਤੇ ਜਿਹੜੇ ਬਿਜ਼ਨਸ ਟਾਈਕੂਨਸ ਆ ਮੂਹਰੇ ਆ ਰਹੇ ਆ, ਉਹਨਾਂ ਦੇ ਹੱਥ ਵਸ ਹੋਣਾ ਜਿਹੜੀ ਕੰਟਰੈਕਟ ਫਾਰਮਿੰਗ ਆ, ਲੀਜ਼ ਤੇ ਲੈਂਦੇ ਆ, ਕਿੰਨਾ ਆਪਾਂ ਨੂੰ ਠੇਕਾ ਦਿੰਦੇ ਆ, ਕਿੰਨਿਆਂ 'ਚ ਬਾਏ ਕਰਦੇ ਆ, ਕਿੰਨਿਆਂ 'ਚ ਛੱਡਦੇ ਆ। ਐਂਡ ਦੂਜੀ ਗੱਲ ਤੁਸੀਂ ਕਹਿਤਾ ਵੀ ਆਪਦੀ ਫਸਲ ਜਿੱਥੇ ਜਾ ਕੇ ਮਰਜ਼ੀ ਵੇਚੋ, ਆਪਦੀ ਜਿਹੜੀ ਫਸਲ ਹੈ ਤੁਸੀਂ ਯੂਪੀ 'ਚ ਜਾ ਕੇ ਵੇਚੋ, ਕਲਕੱਤੇ 'ਚ ਜਾ ਕੇ ਵੇਚੋ। ਬਾਈ ਜੀ ਜਿਹਨੂੰ 2-3 ਕਿੱਲੇ ਜ਼ਮੀਨ ਦੇ ਆਉਂਦੇ ਆ, ਉਹ ਟਰੈਕਟਰ 'ਚ ਤੇਲ ਪਾ ਕੇ ਮੰਡੀ ਤੱਕ ਤਾਂ ਮਸਾਂ ਪਹੁੰਚਦਾ। ਇੱਕ ਜਿਹੜਾ ਕਿਸਾਨ ਨੂੰ ਕੋਈ ਇੱਕ ਆੜਤੀ ਆ 5 ਰੁਪਏ ਕੁਇੰਟਲ ਵੱਧ ਦੇ ਦਿੰਦਾ, ਤਾਂ ਉਹ ਜਦੇ ਆਪਦੀ ਜ਼ਮੀਨ ਵਿੱਚ ਆਪਣੀ ਫਸਲ ਵੇਚਣ ਦੀ ਕਾਲਾ ਪੈ ਜਾਂਦਾ ਵੀ ਮੈਨੂੰ 5 ਰੁਪਏ ਪ੍ਰਤੀ ਕੁਇੰਟਲ ਵੱਧ ਮਿਲ ਰਿਹਾ ਤਾਂ ਮੈਂ ਆਪਦੀ ਵੇਚਣਾ। ਇਹ ਕਹਿ ਰਿਹਾ ਜੀ ਤੁਸੀਂ ਘਰੇ ਸਟੋਰ ਕਰ ਸਕਦੇ ਹੋ। ਜਿਹੜੀ ਐਸੈਂਸ਼ੀਅਲ ਕਮੋਡਿਟੀਜ਼ ਜਿਹਨੂੰ ਆਪਾਂ ਕਹਿ ਸਕਦੇ ਆ, ਜਿਹੜਾ ਪਹਿਲਾ ਰੂਲ ਆ ਉਹਦੇ ਵਿੱਚ ਕਿਹਾ ਕਿ ਹੁਣ ਐਸੈਂਸ਼ੀਅਲ 'ਚ ਨਹੀਂ ਆਉਂਦੇ, ਤੁਸੀਂ ਆਪਦੇ ਫਸਲ ਆ ਜਿਹੜੀ ਝੋਨਾ ਤੇ ਆਪਣਾ ਕਣਕ ਹੋਈ, ਇਹਨਾਂ 'ਚ ਜਿਹੜੀ ਵੀ ਫਸਲ ਤੁਸੀਂ ਬੀਜਦੇ ਹੋ ਉਹਨੂੰ ਘਰੇ ਸਟੋਰ ਕਰ ਸਕਦੇ ਹੋ। ਇਹਦਾ ਤਾਂ ਮਤਲਬ ਇਹ ਸਿੱਧੇ ਤੌਰ ਤੇ ਕਲੀਅਰ ਕੱਟ ਕੀਤਾ ਜਾ ਰਿਹਾ ਹੈ ਵੀ ਅਸੀਂ ਇਸ ਚੀਜ਼ ਚੋਂ ਬਾਹਰ ਆ। ਤੁਹਾਡੇ ਜਿਹੜੇ ਸਰਮਾਏਦਾਰ ਆ, ਹੁਣ ਤੁਸੀਂ ਜਿਹਨੂੰ ਕੁਐਸਚਨੇਬਲ ਹੋ, ਉਹ ਬਿਜ਼ਨਸ ਟਾਈਕੂਨਸ ਹੀ ਰਹਿ ਚੁੱਕੇ ਆ। ਸਿਰਫ ਬਿਜ਼ਨਸ ਟਾਈਕੂਨਸ ਹੀ ਤੁਹਾਨੂੰ ਚਲਾਉਣਗੇ, ਉਹੀ ਇਹਨਾਂ ਡਿਸਾਈਡ ਕਰਨਗੇ। ਦੂਜੀ ਗੱਲ ਬਾਈ ਜੀ, ਜਿਹੜੇ ਸਭ ਤੋਂ ਮੈਨੂੰ ਦੁੱਖ ਲੱਗਦਾ ਹੈ ਕੰਟਰੈਕਟ ਫਾਰਮਿੰਗ 'ਚ ਜਿਹੜਾ ਰੂਲ ਪਾਸ ਕੀਤਾ, ਦੇਖੋ ਮੈਨੂੰ ਤਾਂ ਸਮਝ ਹੀ ਨਹੀਂ ਆਈ ਵੀ ਜੇ ਇੱਕ ਕਿਸਾਨ ਦਾ ਕੰਟਰੈਕਟ ਫਾਰਮਿੰਗ ਦੇ ਵਿੱਚ ਇੱਕ ਬਿਜ਼ਨਸ ਟਾਈਕੂਨ ਨਾਲ ਜਾਂ ਉਹ ਉਦਯੋਗਪਤੀ ਨਾਲ ਜਿਹਦੇ ਨਾਲ ਕੋਈ ਵੀ ਹੋ ਰਹੀ ਹੈ, ਉਹਦੇ ਨਾਲ ਡੀਲ ਦੇ ਵਿੱਚ ਕੋਈ ਰੌਲਾ ਪੈ ਗਿਆ, ਕਿਸਾਨ ਸੈਟੀਸਫਾਈ ਨਹੀਂ ਹੋਇਆ, ਉਹਨੂੰ ਲੱਗਿਆ ਕਿ ਯਾਰ ਮੇਰੇ ਨਾਲ ਜੋ ਡੀਲ ਕੀਤੀ ਗਈ ਸੀ, ਮੇਰੇ ਫਸਲ ਦੇ ਜੋ ਭਾਅ ਮਿੱਥੇ ਗਏ ਸੀ, ਜੋ ਮੈਨੂੰ ਲੱਗਦਾ ਸੀ ਮੈਨੂੰ ਦਿੱਤੇ ਜਾਣਗੇ ਡੀਲ ਤੋਂ ਪਹਿਲਾਂ, ਮੈਨੂੰ ਨਹੀਂ ਮਿਲੇ, ਬਾਈ ਉਹ ਕੇਸ ਹੀ ਨਹੀਂ ਕਰ ਸਕਦਾ, ਉਹ ਕੋਰਟ ਹੀ ਨਹੀਂ ਜਾ ਸਕਦਾ। ਇਦੋਂ ਵੱਡਾ ਡੈਮੋਕ੍ਰੇਸੀ ਦੇ ਵਿੱਚ, ਡੈਮੋਕ੍ਰੈਟਿਕ ਕੰਟਰੀਜ਼ ਦੇ ਵਿੱਚ ਇਹ ਲੋਕਤੰਤਰ, ਮੈਂ ਤਾਂ ਨਹੀਂ ਕਹੂੰਗਾ ਫਿਰ ਇਹ ਲੋਕਤੰਤਰ ਦਾ ਕੋਈ ਹਿੱਸਾ, ਮੈਂ ਤਾਂ ਕਹੂੰਗਾ ਵੀ ਇਹ ਮੋਨੋਪੋਲੀ ਹੈ। ਪਰ ਇੱਕ ਮੈਂ ਇਹ ਵੀ ਸੁਣਿਆ, ਜਦੋਂ ਮੈਂ ਨੋਟਿਸ ਕਰ ਰਿਹਾ ਸੀਗਾ, ਤੁਸੀਂ ਆਪਣੀ ਮਾਤਾ ਦੀ ਗੱਲ ਕੀਤੀ, ਕੁਝ ਦੇਰ ਪਹਿਲਾਂ ਉਹਨਾਂ ਦੀ ਫੌਤ ਹੁੰਦੀ ਹੈ, ਤੁਸੀਂ ਕਿਹਾ ਕੈਂਸਰ ਦੇ ਨਾਲ ਅਸੀਂ ਜੂਝਦੇ ਆਏ ਸੀਗੇ, ਜਜ਼ਬਾਤੀ ਵੀ ਦਿਖੇ ਤੁਸੀਂ ਜਦੋਂ ਉੱਥੋਂ ਗਰਕ ਰਹੇ ਸੀਗੇ, ਤਾਂ ਇਹ ਨਿੱਜੀ ਤੌਰ ਤੇ ਵੀ ਮਹਿਸੂਸ ਹੁੰਦੀਆਂ ਗੱਲਾਂ? ਬਾਈ ਜੀ ਜਦੋਂ ਸੇਕ ਲੱਗਦਾ ਨਾ, ਜਦੋਂ ਆਪਦੇ ਘਰੇ ਸੇਕ ਆਉਂਦਾ, ਉਦੋਂ ਮਹਿਸੂਸ ਹੁੰਦਾ ਕਿ ਕੀ ਭਾਅ ਵਿਕਦੀ ਆ। ਨਹੀਂ ਤਾਂ ਕਿਸੇ ਦੇ ਦੁੱਖ ਦੇ ਵਿੱਚ, ਕਈ ਵਾਰ ਕਿਸੇ ਦੇ ਦਰਦ ਦੇ ਵਿੱਚ ਨਾ ਆਪਾਂ ਸ਼ਰੀਕ ਹੋ ਸਕਦੇ ਹਾਂ, ਦੁੱਖ ਮੜਾ ਸਕਦੇ ਹਾਂ। ਜਦੋਂ ਆਪਦੇ ਆਪਣਾ ਬੀਤਦੀ ਹੈ ਨਾ, ਤਾਂ ਉਹਦੀ ਬੜੀ ਬਰੀਕੀ 'ਚ ਪਤਾ ਲੱਗਦਾ। ਮੰਮੀ ਪਿਛਲੇ 6 ਸਾਲ ਤੋਂ, ਮੇਰੇ ਮਦਰ ਜਿਹੜੇ ਸੀਗੇ ਕੈਂਸਰ ਨਾਲ ਜੂਝ ਰਹੇ ਸੀ। ਡਾਕਟਰ ਨੂੰ ਜਦੋਂ ਅਸੀਂ ਡੀਐਮਸੀ ਲੁਧਿਆਣਾ ਲੈ ਕੇ ਗਏ, ਉਹ ਕਹਿੰਦੇ ਜਿਹੜਾ ਤੁਹਾਡੇ ਬੈਲਟ ਦਾ ਪਾਣੀ ਹੈ, ਮਾਲਵਾ ਬੈਲਟ ਖਾਸ ਤੌਰ ਤੇ, ਜਿਹਨੂੰ ਆਪਾਂ ਸੰਗਰੂਰ ਤੋਂ ਸ਼ੁਰੂ ਹੋ ਜਾਈਏ, ਜਿਹੜੀ ਕੈਂਸਰ ਅਫੈਕਟਡ ਬੈਲਟ ਹੈ, ਸੰਗਰੂਰ, ਮਾਨਸਾ, ਬਠਿੰਡਾ, ਸ਼੍ਰੀ ਮੁਕਤਸਰ ਸਾਹਿਬ ਆ ਏਰੀਆ ਦੇ ਵਿੱਚ ਬਹੁਤ ਕੇਸਿਸ ਹੈ, ਹਰ ਚੌਥੇ ਘਰੇ ਕੈਂਸਰ ਹੈ। ਪਹਿਲਾਂ ਤਾਂ ਆਪਣੇ ਤੋਂ ਉਹੀ ਨਹੀਂ ਨਿਬੜ ਰਿਹਾ। ਅੱਛਾ, ਉੱਥੇ ਵੀ ਫਿਰ ਕਿਹਦਾ ਕਸੂਰ ਨਿਕਲਦਾ? ਇੰਡਸਟਰੀਜ਼ ਦਾ। ਇੰਡਸਟਰੀਜ਼ ਪਾਣੀ ਦੇ ਵਿੱਚ ਜੋ ਮਿਲਾ ਰਹੀਆਂ, ਜੋ ਆਪਣੇ ਵੇਸਟ ਉਹ ਡੰਪ ਕਰਦੀਆਂ, ਕੀ ਕਰਦੀਆਂ ਨਹੀਂ ਕਰਦੀਆਂ, ਪਰ ਪਾਣੀ ਤਾਂ ਗੰਦਲਾ ਹੋ ਰਿਹਾ ਹੈ। ਮੇਰੇ ਘਰੇ ਮੇਰੇ ਮਦਰ ਦੀ ਮੌਤ ਤਾਂ ਕੈਂਸਰ ਨਾਲ ਹੋਈ ਹੈ, ਤੇ ਉਹ ਪਾਣੀ ਦੀ ਵਜ੍ਹਾ ਨਾਲ ਹੋਈ ਹੈ। ਮੈਂ ਕਿਹਨੂੰ ਜ਼ਿੰਮੇਵਾਰ ਠਹਿਰਾਵਾਂ ਜੀ? ਮੈਂ ਨਾ ਆ ਕੇ ਸੜਕ ਤੇ ਬੋਲਾਂ, ਮੇਰੇ ਤਾਂ ਘਰੇ ਚੀਜ਼ ਵਾਪਰੀ ਹੈ ਜੀ। ਸੋ ਉਹ ਬਹੁਤ ਰੌਲੇ ਆ ਬਾਈ ਜੀ, ਜੇ ਡਿਟੇਲ 'ਚ ਜਾ ਵੜੀਏ, ਜੇ ਫਰਦਾਂ ਫਰੋਲਦੇ ਜਾਈਏ ਤਾਂ ਇੱਕ ਪੁਆਇੰਟ ਤੇ ਬੰਦੇ ਨੂੰ ਇਹ ਲੱਗਦਾ ਵੀ ਯਾਰ ਆਪਾਂ ਕੀ ਉਹੀ ਪੰਜਾਬ ਆ, ਕੀ ਉੱਥੇ ਆਪਾਂ ਰਹਿ ਰਹੇ ਹਾਂ, ਕੀ ਉਹੀ ਮਾਹੌਲ ਆ, ਕੀ ਜਿਹਨੂੰ ਵੋਟ ਪਾਈ ਆ ਯਾਰ ਖੜੂਗਾ ਸਾਡੇ ਨਾਲ? ਬਾਈ ਪਤਾ ਹੀ ਨਹੀਂ ਕੁਛ ਲੱਗ ਰਿਹਾ। ਆਮ ਬੰਦੇ ਨੂੰ ਤਾਂ ਹੁਣ ਇਹ ਲੱਗਦਾ ਹੈ ਕਿ ਬਾਈ ਕਿਹਦੀ ਸੁਣੀਏ ਕਿਹਦੀ ਨਾ ਸੁਣੀਏ। ਕਰੋਸ਼ੀਆ ਐਡਾ ਬਲਬਲੇਵੇਂ ਵਾਲਾ ਬੁਣਿਆ ਪਿਆ, ਪੱਲੇ ਹੀ ਨਹੀਂ ਪੈਂਦਾ ਕਿਹੜਾ ਪਾਰਟੀ ਵਾਲਾ ਸੱਚ ਬੋਲਦਾ, ਕਿਹੜਾ ਝੂਠ ਬੋਲਦਾ। ਇਹ ਤਾਂ ਬਾਈ ਜੀ ਆਪ ਦੀ ਲੜਾਈ ਆਪ ਲੜਨੀ ਪੈਣੀ ਹੈ। ਜਵਾਨੀ ਨੂੰ ਮੈਂ ਰਿਕੁਐਸਟ ਕਰੂੰਗਾ ਕਿ ਜੋ ਆਪਣੇ ਨਾਲ ਹੋ ਰਿਹਾ, ਗਾਂ ਲਈ ਆਪਾਂ ਆਪਦੇ ਲਈ ਕੰਡੇ ਨਾ ਬੀਜੀਏ। ਆਪਣੇ ਲਈ ਬੋਲਣ ਦਾ ਪਲੇਟਫਾਰਮ ਹੈ। ਜੇ ਧਰਨੇ ਦਿੱਤੇ ਜਾ ਰਹੇ ਆ, ਕਿਸਾਨ ਯੂਨੀਅਨ ਜਾਂ ਕਿਸਾਨ ਜਥੇਬੰਦੀਆਂ ਮੌਕਾ ਦੇ ਰਹੀਆਂ। ਅਸੀਂ ਮਾਨਸਾ ਜਦੋਂ ਅਸੀਂ ਇਕੱਠ ਕੀਤਾ, ਜਿੱਥੇ ਅਸੀਂ ਆਮ ਬੰਦੇ ਨੂੰ ਵੀ ਕਿਹਾ ਵੀ ਭਰਾ ਤੂੰ ਬੋਲ, ਉਹਨੂੰ ਮਾਈਕ, ਆਮ ਬੰਦੇ ਨੂੰ ਮਾਈਕ ਨਹੀਂ ਮਿਲਦੇ ਇੱਥੇ।
ਨਹੀਂ ਮਿਲਦੇ। ਉੱਥੇ ਵੀ ਉਹਨਾਂ ਨੂੰ ਮਾਈਕ ਦਿੱਤਾ ਵੀ ਭਰਾ ਤੂੰ ਬੋਲ, ਤੂੰ ਕੀ ਕਹਿਣਾ ਚਾਹੁੰਦਾ। ਸਾਰਿਆਂ ਨੇ 5-7 ਜਿਹੜੇ ਮੁੰਡੇ ਸੀ ਉਹ ਕੋਈ ਸੈਲੈਬ੍ਰਿਟੀਜ਼ ਨਹੀਂ ਸੀ, ਉਹ ਅਨਨੋਨ ਸੀ, ਉਹਨਾਂ ਨੇ ਆਪਦੇ ਆਪਦੇ ਪੱਖ ਰੱਖੇ। ਅੱਜ ਵੀ ਇੱਕ ਵੀਰ ਭਰਾ ਉੱਥੇ ਪਹੁੰਚੇ ਹੋਏ ਸੀ, ਉਹਨੇ ਮੇਰੇ ਕੰਨ 'ਚ ਕਿਹਾ ਵੀ ਬਾਈ ਮੈਂ ਖੇਤੀ ਤੇ ਰਿਸਰਚ ਕਰਦਾ, ਮੈਂ ਸਟੱਡੀ ਕਰਦਾ, ਦਿੱਲੀ ਯੂਨੀਵਰਸਿਟੀ 'ਚ ਮੈਂ ਪੜ੍ਹਦਾ, ਮੈਂ ਬੋਲਣਾ ਚਾਹੁੰਦਾ। ਮੈਂ ਕਿਹਾ ਮੂਹਰੇ ਆ ਕੇ ਬੋਲ। ਫਿਰ ਲਾਸਟ ਤੇ ਬੁਲਾਇਆ ਹੋਇਆ ਲਾਸਟ ਦੇ ਵਿੱਚ ਮੈਂ ਉਹਨੂੰ ਬੁਲਾਇਆ। ਬਹੁਤ ਸੋਹਣਾ ਬੋਲਿਆ ਮੁੰਡਾ। ਬਿਲਕੁਲ, ਇਹ ਹੌਸਲਾ ਜੇ ਅਸੀਂ ਪਾਵਾਂਗੇ ਨਹੀਂ, ਨਾਰਮਲ ਆਪਾਂ ਸਪੀਚਾਂ ਤੇ ਜਾਂਦੇ ਆ, ਨਾਰਮਲ ਆਪਾਂ ਵੱਡੀਆਂ ਵੱਡੀਆਂ ਰੈਲੀਆਂ ਤੇ ਜਾਂਦੇ ਆ, ਜੋ ਸ਼ੀਸ਼ਾ ਆਪਣੇ ਮੂਹਰੇ ਪੇਸ਼ ਕਰਤਾ ਉਹ ਆਪਾਂ ਸੁਣ ਕੇ ਲੋਕ ਤਾੜੀਆਂ ਮਾਰ ਕੇ ਆਪਦਾ ਘਰੇ ਮੁੜੇ ਆਉਣੇ। ਕ੍ਰਾਸ ਕੁਐਸਚਨ ਹੁੰਦਾ ਜਦੋਂ ਇੱਕ ਨੇਤਾ ਆਪਦੀ ਰੈਲੀ ਕਰਦਾ ਵੋਟ ਮੰਗਣ, ਕੀ ਉਹਨੂੰ ਮੂਹਰੇ ਕ੍ਰਾਸ ਕੁਐਸਚਨ ਦਾ ਮੌਕਾ ਦਿੱਤਾ ਜਾਂਦਾ? ਨਹੀਂ ਦਿੱਤਾ ਜਾਂਦਾ। ਰੈਲੀ ਤੇ ਉਹਨੇ ਆਉਣਾ, ਰਟਾਇਆ ਭਾਸ਼ਣ ਦੇਣਾ, ਮੂਹਰੇ ਕੂਕਾਂ ਪੈਣੀਆਂ, ਜਕਾਰੇ ਲਾਉਣ ਨੂੰ 10-20 ਜਣੇ ਮੂਹਰੇ ਬਿਠਾਏ ਹੁੰਦੇ ਆ ਵੀ ਗੱਲ ਚੰਗੀ ਲੱਗੇ ਮਾੜੀ ਲੱਗੇ, ਨਾ ਐ ਪਤਾ ਜਕਾਰਾ ਕਿਤੇ ਲਾਉਣਾ ਕਿਤੇ ਨਹੀਂ ਲਾਉਣਾ, ਵੀ ਚੱਕਦੀ ਮਗਰ ਮੇਰੇ ਫੱਟੀ। ਇਹ ਟ੍ਰੈਂਡ ਬਣ ਗਿਆ ਬਾਈ ਜੀ, ਕਲਚਰ ਬਣ ਗਿਆ। ਪਰ ਕੀ ਇਹ ਤੁਸੀਂ ਇਹ ਮਿੱਥ ਲਿਆ ਹੁਣ ਕਿ ਸਾਡੀਆਂ ਵੱਟਾਂ ਤੇ ਅਸੀਂ ਬਗਾਨਾ ਪੈਰ ਨਹੀਂ ਧਰਨ ਦੇਣਾ? ਬਿਲਕੁਲ ਬਾਈ ਜੀ, ਸਭ ਤੋਂ ਵੱਡਾ ਤਾਂ ਕੁਐਸਚਨ ਇਹ ਹੈ ਜਿਹੜਾ ਕਿ ਤੁਸੀਂ ਸਾਨੂੰ ਕਹਿ ਰਹੇ ਹੋ ਕਿ ਆਹ ਰੂਲ ਤੁਹਾਡੇ ਤੇ ਲਾਗੂ ਹੋ ਗਿਆ। ਇਹ ਰੂਲ 'ਚ ਜੇ ਕੱਲ ਨੂੰ ਗੜਬੜੀ ਦਿਸਦੀ ਹੈ ਤੁਸੀਂ ਕੋਰਟ ਨਹੀਂ ਜਾ ਸਕਦੇ। ਮੋਟਾ ਤਾਂ ਇਹੀ ਸਮਝ ਆਉਂਦਾ ਵੀ ਇਹ ਕਿੱਥੋਂ ਦਾ ਲੋਕਤੰਤਰ ਹੈ ਵੀ ਇੱਕ ਆਮ ਬੰਦਾ ਯਾਰ ਪ੍ਰਸ਼ਨ ਹੀ ਨਹੀਂ ਕਰ ਸਕਦਾ। ਜਿੱਥੇ ਪ੍ਰਸ਼ਨ ਨਹੀਂ ਹੋ ਸਕਦਾ ਤਾਂ ਉਹ ਕਾਹਦਾ ਲੋਕਤੰਤਰ ਹੈ? ਸਭ ਤੋਂ ਵੱਡਾ ਮੁੱਦਾ ਲੋਕਤੰਤਰ ਦਾ ਇਹ ਹੈ ਕਿ ਲੋਕਾਂ ਵੱਲੋਂ ਚੁਣੀ ਗਈ ਸਰਕਾਰ, ਜਿਹੜੀ ਲੋਕਾਂ ਵੱਲੋਂ ਕਹਿ ਲਓ ਤੁਸੀਂ ਐਕਸੈਪਟ ਕੀਤੇ ਹੋਏ ਕਾਨੂੰਨ, ਲੋਕਾਂ ਤੇ ਪ੍ਰੈਕਟਿਸ ਕੀਤੇ ਹੋਏ ਕਾਨੂੰਨ, ਲੋਕਾਂ ਦੇ ਵਿੱਚ ਉਹਨਾਂ ਦੀਆਂ ਚੀਜ਼ਾਂ ਸਮਝ ਕੇ ਪਾਸ ਕੀਤੇ ਹੋਏ ਕਾਨੂੰਨ, ਤੇ ਲੋਕਾਂ ਨੂੰ ਹੀ ਤੁਸੀਂ ਕਹਿ ਰਹੇ ਹੋ ਜਿਹੜੇ ਉਹ ਜ਼ਮੀਨਾਂ ਦੇ ਮਾਲਕ ਨੇ, ਜਿਨ੍ਹਾਂ ਨੇ ਖੂਨ ਪਸੀਨਾ ਇੱਕ ਕਰਕੇ ਜ਼ਮੀਨ ਇਕੱਠੀ ਕੀਤੀ ਆਪਦੇ ਪੁੱਤ ਪੋਤਿਆਂ ਖਾਤਰ, ਤੁਸੀਂ ਉਹਨੂੰ ਹੀ ਕਹਿ ਸਕਦੇ, ਉਹਨੂੰ ਹੀ ਕਹਿ ਰਹੇ ਹੋ ਵੀ ਯਾਰ ਮੈਨੂੰ ਸਵਾਲ ਨਾ ਪੁੱਛ। ਤਾਂ ਬਹੁਤ ਧੱਕਾ ਬਾਈ ਜੀ। ਮੈਂ ਤਾਂ ਇਹੀ ਕਹੂੰਗਾ ਕਿ ਭਾਈ ਜਿਹਨੂੰ ਮੇਰੀ ਗੱਲ ਸਮਝ ਆਉਂਦੀ ਆ, ਮੋਟੀ ਬਾਹਲਾ ਸਿਆਣਾ ਤਾਂ ਮੈਂ ਵੀ ਨਹੀਂ, ਜਿਹਨੂੰ ਮੇਰੀ ਗੱਲ ਸਮਝ ਆਉਂਦੀ ਆ, ਤੁਹਾਡੇ ਨੇੜੇ ਤੇੜੇ ਦੂਰ ਦਰਾਡੇ ਜਿੱਥੇ ਵੀ ਇਕੱਠ ਹੋ ਰਿਹਾ, ਜਿੱਥੇ ਵੀ ਤੁਹਾਨੂੰ ਪਲੇਟਫਾਰਮ ਮਿਲ ਰਿਹਾ, ਆਪਦੇ ਅੰਦਰਲਾ ਦਰਦ ਬਾਹਰ ਕੱਢੋ, ਉੱਥੇ ਜਾ ਕੇ ਬੋਲੋ, ਦੱਸੋ ਕਿ ਅਸੀਂ ਕੀ ਫੀਲ ਕਰ ਰਹੇ ਹਾਂ, ਐਂਡ ਪਾਰਟੀਆਂ ਨੂੰ ਇਹ ਦੱਸੋ ਕਿ ਅਸੀਂ ਪੜ੍ਹੇ ਲਿਖੇ ਆ। ਜੇ ਸਾਡੇ ਤੇ ਤੁਸੀਂ ਬਿੱਲ ਪਾਸ ਕਰ ਦਿਓਗੇ, ਆਡੀਓ ਮਿਊਟ ਕਰ ਦਿਓਗੇ, ਐਂਡ ਦੂਜੀ ਗੱਲ ਤੁਸੀਂ ਕਹੋਗੇ ਵੀ ਔਖੀ ਜੀ ਇੰਗਲਿਸ਼ ਦੇ ਵਿੱਚ ਲਿਖ ਦਿਓਗੇ ਕਿ ਇਹਨਾਂ ਨੂੰ ਪੱਲੇ ਨਹੀਂ ਪੈਂਦਾ, ਗੂਗਲ ਦੇ ਵਿੱਚ ਲਾਈਨ ਭਰੋ, ਸਾਰਾ ਤਸਕਰਾ ਪੰਜਾਬੀ 'ਚ ਆ ਜਾਂਦਾ, ਹਿੰਦੀ ਸਮਝਦੇ ਹੋ ਤਾਂ ਹਿੰਦੀ 'ਚ ਆ ਜਾਂਦਾ, ਜਿਹੜੀ ਭਾਸ਼ਾ ਸਮਝਦੇ ਹੋ ਸਮਝ ਆ ਜਾਂਦਾ। ਉਹਨਾਂ ਨੂੰ ਦੱਸੋ ਵੀ ਜਿਹੜੀਆਂ ਇਹ ਸਕੀਮਾਂ ਨੇ ਇਹ ਪੁਰਾਣੀਆਂ ਹੋ ਗਈਆਂ, ਤੁਸੀਂ ਪਹਿਲਾਂ ਚਲਾ ਲਈਆਂ, ਸਾਡੇ ਬਾਪ ਦਾਦਿਆਂ ਨਾਲ ਚਲਾ ਲਈਆਂ। ਅੱਜ ਦਾ ਯੂਥ ਕੱਲਾ ਇਹ ਨਹੀਂਗਾ ਜੀ ਪੰਜਾਬ ਦਾ ਨੌਜਵਾਨ ਨਸ਼ੇ ਕਰਦਾ, ਸਾਰੇ ਨਸ਼ੇ ਕਰਦੇ, ਹਰੇਕ ਨੂੰ ਕਹਿ ਦਿੰਦੇ ਆ ਨਸ਼ੇ ਕਰਦੇ ਆ, ਐਂ ਕਰਦੇ ਆ। ਜਿਹੜਾ ਪੜ੍ਹਿਆ ਲਿਖਿਆ ਉਹਦਾ ਜ਼ਿਕਰ ਹੀ ਨਹੀਂ। ਜਿਹੜੇ ਬੱਚੇ ਮੈਰਿਟ 'ਚ ਆਉਂਦੇ ਆ ਇੱਕ ਦਿਨ ਉਹਦਾ ਜ਼ਿਕਰ ਨਹੀਂ। ਮੈਰਿਟ 'ਚ ਆਏ ਬੱਚਿਆਂ ਨੂੰ ਕਿੱਦਣ ਨੈਸ਼ਨਲ ਟੀਵੀ ਤੇ ਵਿਚਾਲੇ ਬਿਠਾ ਕੇ ਡਿਬੇਟ ਦੇ ਵਿੱਚ ਹਿੱਸਾ ਦਿੱਤਾ ਜਾਂਦਾ ਵੀ ਬੱਚੇ ਤੂੰ 98% ਨੰਬਰ ਲਏ ਆ, ਤੂੰ ਵੀ ਸਾਨੂੰ ਦੱਸ ਵੀ ਤੂੰ ਕਿਹੜੀਆਂ ਤਕਲੀਫਾਂ ਸਹੀਆਂ ਤੇ ਤੂੰ ਐਜੂਕੇਸ਼ਨ ਕਿੱਦਾਂ ਦੀ ਭਾਲਦੀ ਆ ਤੇ ਤੈਨੂੰ ਕੀ ਲੱਗਦਾ ਵੀ ਆਪਣੇ ਇੱਥੇ ਹੈ ਨਹੀਂ। ਇਹ ਮੁੱਦਿਆਂ ਤੇ ਕਦੇ ਗੱਲ ਹੀ ਨਹੀਂ ਹੋਈ ਜੀ। ਵਿਕਾਸ ਕਿੱਥੇ ਰਹਿ ਗਿਆ? ਵਿਕਾਸ ਰਹਿ ਗਿਆ ਜੀ ਸੜਕ ਪੱਕੀ ਕਰਤੀ, ਵਿਕਾਸ ਰਹਿ ਗਿਆ ਜੀ ਨਾਲੇ ਪੱਕੇ ਕਰਤੇ, ਵਿਕਾਸ ਰਹਿ ਗਿਆ ਜੀ ਆ ਆਪਣੇ ਫਲਾਣੇ ਦੇ ਭੋਗ ਤੇ ਜਾਏ। ਇਹ ਲੀਡਰ ਚੰਗਾ ਹੈ ਜੀ, ਇਹ ਭੋਗਾਂ ਤੇ ਬਹੁਤ ਜਾਂਦਾ ਹੈ ਜੀ, ਨੋ ਡਾਊਟ ਜਾਣਾ ਚਾਹੀਦਾ, ਦੁੱਖ ਸੁੱਖ 'ਚ ਸ਼ਰੀਕ ਹੋਣਾ ਵੀ ਉਹਦਾ ਇੱਕ ਹਿੱਸਾ ਹੈ, ਪਰ ਵਿਕਾਸ ਨੂੰ, ਲੋਕਤੰਤਰ ਨੂੰ ਐਡਾ ਛੋਟਾ ਕਰਤਾ, ਐਡਾ ਕੁ ਰਹਿ ਗਿਆ ਜਿਹਨੂੰ ਐਡਾ ਲੋਕਤੰਤਰ ਕਹਿੰਦੇ ਸੀ। ਬਸ ਮੁੱਦਾ ਉਹ ਹੈ। ਬਹੁਤ ਤੁਸੀਂ ਇੱਕ ਸੋਹਣੀ ਗੱਲ ਉੱਥੋਂ ਕੀਤੀ ਕਿ ਨੈਗੇਟਿਵ ਜਿਨ੍ਹਾਂ ਨੇ ਬੋਲਣਾ ਉਹਨਾਂ ਨੇ ਬੋਲਣਾ ਹੀ ਹੈ। ਜੋ ਪਹਿਲਾਂ ਇਹ ਕਹਿੰਦੇ ਸੀ ਕਲਾਕਾਰ ਕਿੱਥੇ ਨੇ, ਕਲਾਕਾਰ ਅੰਦਰ ਲੁਕੇ ਬੈਠੇ ਆ, ਹੁਣ ਉਹ ਕਹਿੰਦੇ ਕਿ ਕਲਾਕਾਰ ਮੂਹਰੇ ਕਿਉਂ ਹੋਏ ਖੜੇ ਆ। ਮੈਨੂੰ ਤਾਂ ਬਾਈ ਇਹ ਸਮਝ ਨਹੀਂ ਆਉਂਦੀ। ਮੈਨੂੰ ਹੁਣ ਫੋਨ ਕਈ ਵਾਰੀ ਆ ਜਾਂਦੇ ਆ, ਮੈਨੂੰ ਕਹਿੰਦੇ ਆ ਯਾਰ ਤੁਸੀਂ ਕਾਹਨੂੰ ਚੱਲੇ ਹੋ ਉੱਥੇ, ਮੰਡੀਰ ਆਜੂ। ਉਹ ਮੈਂ ਕਿਹਾ ਜਿਹਨੂੰ ਤੁਸੀਂ ਮੰਡੀਰ ਕਹਿੰਦੇ ਹੋ ਇਹੀ ਤਾਂ ਯੂਥ ਆ। ਹੁਣ ਮੰਡੀਰ ਵਾਲਾ ਟੈਗ ਕਿੰਨਾ, ਜੇ ਤਾਂ ਕੋਈ ਇਕੱਠ ਕਰਦਾ, ਅਸੀਂ ਕਿਹੜਾ ਕੋਈ ਹੋਲੀ ਖੇਡਦੇ ਫਿਰਦੇ ਇੱਕ ਦੂਜੇ ਦੇ ਅੰਡੇ ਮਾਰਦੇ ਫਿਰਦੇ ਆ, ਅਸੀਂ ਉੱਥੇ ਆਰਾਮ ਨਾਲ ਬੈਠੇ ਆ, ਜਿਹੜਾ ਬੁਲਾਰਾ ਆ ਰਿਹਾ ਉਹਨੂੰ ਮੁੰਡੇ ਖੁੰਡੇ ਸੁਣ ਰਹੇ ਆ। ਪਹਿਲੀ ਗੱਲ ਤਾਂ ਮੰਡੀਰ ਸ਼ਬਦ ਕੱਢ ਕੇ ਇਹਨਾਂ ਨੂੰ ਯੂਥ ਸ਼ਬਦ ਪਾਓ। ਮੰਡੀਰ ਸ਼ਬਦ ਇੰਨਾ ਵਾੜ ਚੁੱਕੇ ਆ ਆਪਾਂ ਲੋਕਾਂ ਦੇ ਵਿੱਚ, ਜੇ 10 ਜਣੇ ਲੰਘੇ ਜਾ ਰਹੇ ਆ ਤਾਂ ਐਂ ਲੱਗਦਾ ਮੰਡੀਰ ਚੱਲੇ, ਉਹ ਚਾਹੇ ਕਿ ਚੱਜ ਦੇ ਕੰਮ ਤੇ ਚੱਲੇ ਹੋਣ, ਉਹ ਚਾਹੇ ਕਿਸੇ ਕੁੜੀ ਦਾ ਘਰ ਵਸਾਉਣ ਹੀ ਚੱਲੇ ਹੋਣ, ਪਰ ਇਹ ਮੰਡੀਰ ਕਹਿ ਕੇ ਇੱਕ ਸਾਰਾ ਪ੍ਰੋਪੇਗੈਂਡਾ ਬਣਾਇਆ ਗਿਆ। ਹੁਣ ਬਾਈ ਜੀ ਅਸੀਂ ਨਹੀਂ ਤੁਰਦੇ, ਕਿਸਾਨ ਦੇ ਪੁੱਤ ਤਾਂ ਅਸੀਂ ਵੀ ਹਾਂ, ਸਾਡੀਆਂ ਵੀ ਜ਼ਮੀਨਾਂ ਹੈਗੀਆਂ, ਕੋਈ ਵਾਹੀ ਕਰਦਾ ਆਪ, ਕੋਈ ਠੇਕੇ ਦੇ ਦਿੰਦਾ, ਪਰ ਜ਼ਮੀਨਾਂ ਤੇ ਅਸੀਂ ਦੇਖੀਆਂ ਤਾਂ ਹੈਗੀਆਂ ਨਾ। ਸਾਡੇ ਬਾਪ ਦਾਦਿਆਂ ਨੇ ਉਹ ਚੀਜ਼ਾਂ ਦੀ ਕਮਾਈ ਕੀਤੀ, ਉਹ ਚੀਜ਼ ਇਕੱਠੀ ਕੀਤੀ, ਸਾਡੀ ਪੜ੍ਹਾਈ ਤੇ ਲਾਇਆ, ਗੱਲ ਵੱਖਰੀ, ਅਸੀਂ ਫੀਲਡ ਆ ਚੁਣ ਲਈ, ਪਰ ਉਹ ਦਰਦ ਅਸੀਂ ਉਹਦੇ ਵਿੱਚੋਂ ਲੰਘੇ ਆ। ਇਹ ਤਾਂ ਕੋਈ ਸਵਾਲ ਹੀ ਨਹੀਂ ਹੋਇਆ। ਉਹ ਕਹਿੰਦੇ ਆ ਜੀ ਤੁਸੀਂ ਕਲਾਕਾਰ ਇੱਥੇ ਕਿਉਂ ਜਾਂਦੇ ਆ? ਜੇ ਤਾਂ ਕਲਾਕਾਰ ਘਰੇ ਬਹਿੰਦਾ ਕਹਿਣਗੇ ਤੂੰ ਤਾਂ ਏਸੀ ਛੱਡਿਆ, ਤੇਰੇ ਕੋਲ ਮਹਿੰਗੀ ਗੱਡੀ ਹੈ, ਤੈਨੂੰ ਆਉਂਦੀਆਂ ਗੱਲਾਂ। ਜੇ ਜਾ ਕੇ ਬੋਲਦੇ ਆ ਕਹਿਣਗੇ ਜੀ ਤੁਸੀਂ ਤਾਂ ਇੱਥੇ ਆ ਕੇ ਬੋਲਦੇ ਹੋ, ਤੁਹਾਨੂੰ ਸਾਡੇ ਦਰਦ ਕੀ ਪਤਾ। ਵਿੱਚ ਤਾਂ ਖੜੇ ਆ ਤੁਹਾਡੇ, ਬਿਲਕੁਲ ਸਾਨੂੰ ਵੀ ਸਵਾਲ ਕਰੋ ਵੀ ਭਰਾ ਤੈਨੂੰ 4 ਫੋਲੋਅਰ ਵੱਧ ਫੋਲੋ ਕਰਦੇ ਆ, ਸਾਡੀ ਆਹ ਗੱਲ ਫਲਾਣੇ ਮੰਤਰੀ ਤੱਕ ਪਹੁੰਚਾ, ਜੇ ਤੇਰੀ ਕੋਈ ਮਾੜੀ ਮੋਟੀ ਜਾਣ ਪਛਾਣ ਕਰਾਂਗੇ, ਮੇਰੇ ਨਾਲ ਇਕੱਠ ਕਰੋ, ਮੇਰੇ ਨਾਲ ਚੱਲੋ, ਦੱਸੋ ਕਿਹਨੂੰ ਮਿਲਣਾ, ਮੈਂ ਆਪ ਮੂਹਰੇ ਲੱਗਦਾ। ਬਹੁਤ ਖੂਬਸੂਰਤ ਗੱਲ ਅੱਜ ਹੋਰ ਮੈਨੂੰ ਇੱਕ ਲੱਗੀ ਕਿ ਜਦੋਂ ਡੱਲੇਵਾਲ ਸਾਹਿਬ, ਜਗਜੀਤ ਸਿੰਘ ਡੱਲੇਵਾਲ ਸਾਹਿਬ ਕਿਸਾਨ ਯੂਨੀਅਨ ਦੇ ਸਿੱਧੂਪੁਰ ਦੇ ਪ੍ਰਧਾਨ, ਉਹ ਆ ਕੇ ਬੋਲੇ ਜਦੋਂ,
ਔਰ ਤੁਹਾਡੇ ਨਾਲੋਂ ਵੀ ਵੱਧ ਜੋਸ਼ ਉਹਨਾਂ ਨੇ ਨੌਜਵਾਨਾਂ 'ਚ ਭਰਿਆ ਔਰ ਕਿੰਨੀ ਖੂਬਸੂਰਤੀ ਨਾਲ ਉਹਨਾਂ ਨੇ ਸਮਝਾਇਆ। ਬਿਲਕੁਲ ਇੱਥੋਂ ਇਹ ਪਤਾ ਲੱਗਦਾ ਹੈ ਵੀ ਨੌਜਵਾਨ ਕੱਲੀਆਂ ਸਾਡੀਆਂ ਸ਼ਕਲਾਂ ਦੇਖਣ ਨਹੀਂ ਸੀ ਆਇਆ। ਨੌਜਵਾਨ ਗੱਲਾਂ ਭਾਲਦਾ ਸੀ ਕਿ ਅਸੀਂ ਉਹਨਾਂ ਨੂੰ ਕੀ ਦੱਸਣਾ ਚਾਹੁੰਦੇ ਆ। ਨੌਜਵਾਨ ਚਾਹੁੰਦਾ ਸੀ ਕਿ ਜੇ ਸਾਡੇ ਆਰਟਿਸਟ ਵੀਰ ਭਰਾ ਆਏ ਆ ਕੋਈ ਪ੍ਰੋਗਰਾਮ ਤਾਂ ਲਾਉਣ ਨਹੀਂ ਆਏ, ਇਹ ਅੱਜ ਆਏ ਆ ਦੱਸਣਗੇ ਕੀ, ਇਹ ਗੱਲਾਂ ਕੀ ਕਰਨ ਆਏ ਆ। ਦੇਖੋ ਅਸੀਂ ਕਦੇ ਵੀ ਅਸੀਂ ਤਾਂ ਜੀ ਆਪਦੀ ਸਟੇਜ ਦੇ ਵਿੱਚ ਕਦੇ ਇਹ ਰੱਖਿਆ ਨਹੀਂ ਕਿ ਕਲਾਕਾਰਾਂ ਦੀ ਸਟੇਜ ਹੈ ਤੇ ਕਲਾਕਾਰੀ ਬੋਲੂਗਾ। ਨਹੀਂ, ਨਾਰਮਲ ਪੋਲੀਟੀਕਲ ਸਟੇਜ ਤੇ ਜਾਓ ਕਹਿਣਗੇ ਫਲਾਨਾ ਫਲਾਨਾ ਬੁਲਾਰਾ ਬੋਲੂਗਾ, ਇਸੇ ਹੀ ਪਾਰਟੀ ਦੀ ਰੈਲੀ ਆ, ਤੁਸੀਂ ਅਲਾਉਡ ਨਹੀਂ। ਸਾਡੀ ਅੱਜ ਇਕੱਠ ਦੇ ਵਿੱਚ ਪਹਿਲੀ ਗੱਲ ਤਾਂ ਉਹ ਸਾਡਾ ਇਕੱਠ ਨਹੀਂ, ਸਾਰਿਆਂ ਦਾ ਇਕੱਠ ਸੀ, ਕਲਾਕਾਰਾਂ ਦਾ ਇਕੱਠ ਨਹੀਂ ਸੀ, ਉਹ ਸਾਰਿਆਂ ਦਾ। ਉਹਦੇ ਵਿੱਚ ਇੱਕ ਸਟੂਡੈਂਟ ਨੂੰ ਵੀ ਬੋਲਣ ਦਾ ਮੌਕਾ ਦਿੱਤਾ, ਉਹਦੇ ਵਿੱਚ ਕਿਸਾਨ ਯੂਨੀਅਨ ਨੂੰ ਵੀ ਅਸੀਂ ਨਾਲ ਲੈ ਕੇ ਚੱਲੇ ਹਾਂ। ਕਿਸਾਨ ਜਥੇਬੰਦੀ ਦੇ 2 ਵੀਰ ਭਰਾ ਜਿਹੜੇ ਲੀਡ ਕਰਦੇ ਨੌਜਵਾਨ, ਉਹ ਵੀ ਪਿੱਛੇ ਵੇਟਿੰਗ 'ਚ ਸੀਗੇ, ਬੋਲਣ ਲਈ ਤਿਆਰ ਸੀ। ਅਸੀਂ ਯੂਨਾਈਟਡ ਹੋਣ ਦਾ ਜਿਹੜਾ ਸੰਦੇਸ਼ ਦੇ ਰਹੇ ਆ, ਉਹਨਾਂ ਨੂੰ ਅਸੀਂ ਬੋਲਣ ਦਾ ਮੌਕਾ ਦਿੱਤਾ। ਦੇਖੋ ਤੁਸੀਂ ਉਹਨਾਂ ਦੀ ਆਵਾਜ਼ 'ਚ ਕੈਸੀ ਗੜਕ ਸੀ, ਉਹਨਾਂ ਦਾ ਦਰਦ ਦੇਖੋ। ਮੈਂ ਨੌਜਵਾਨਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਇੱਕ ਅੱਜ ਆਲਮੋਸਟ ਉਹਨਾਂ ਦੀ 65 ਤੋਂ 70 ਸਾਲ ਉਮਰ ਹੋਊਗੀ। 65 ਤੋਂ 70 ਸਾਲ ਉਮਰ ਦੇ ਇੱਕ ਸਾਡੇ ਬਾਪੂ ਜੀ, ਜਿਨ੍ਹਾਂ ਨੂੰ ਆਪਾਂ ਬਾਪੂ ਜੀ ਕਹਿੰਦੇ ਆ, ਦੂਰ ਕਿਲੋਮੀਟਰ ਤੱਕ ਉਹਨਾਂ ਦੀ ਆਵਾਜ਼ ਸੁਣਦੀ ਸੀ ਜਦੋਂ ਮਾਈਕ ਤੇ ਬੋਲਦੇ ਸੀ। ਸਾਡੇ ਨਾਲੋਂ ਵੀ ਉਹਨਾਂ 'ਚ ਵੱਧ ਜੋਸ਼ ਸੀਗਾ। ਸਾਨੂੰ ਨਹੀਂ ਸੁਣਨਾ, ਕਿਸਾਨ ਜਥੇਬੰਦੀ ਨੂੰ ਸੁਣੋ। ਕਿਸੇ ਵੀ ਕਿਸਾਨ ਜਥੇਬੰਦੀ ਦੇ ਜਿੱਥੇ ਵੀ ਧਰਨੇ ਲੱਗਦੇ ਉੱਥੇ ਵੀਰ ਜਾਇਆ ਕਰੋ, ਸਾਡੇ ਚਾਹੇ ਘੱਟ ਆਇਆ ਕਰੋ। ਮੈਂ ਤਾਂ ਇਹੀ ਕਹਿਣਾ, ਸਾਡਾ ਤਾਂ ਅਸੀਂ ਆਪਦਾ ਫਰਜ਼ ਨਿਭਾ ਰਹੇ ਹਾਂ, ਜਿੱਥੋਂ ਤੱਕ ਸਾਡੀ ਵਾਹ ਲੱਗਦੀ ਆ ਲਾਵਾਂਗੇ ਬਾਈ ਜੀ। ਅੱਗੇ ਦੀ ਕੀ ਰੂਪਰੇਖਾ, ਆਖਰੀ ਸਵਾਲ ਹੈ ਮੇਰਾ ਹੁਣ ਅੱਗੇ, ਕਿਉਂਕਿ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਵੀ ਹੋਈ ਹੈ ਚੰਡੀਗੜ੍ਹ, 14 ਮੈਂਬਰੀ ਕਮੇਟੀ, 7 ਕਲਾਕਾਰ, 7 ਜਥੇਬੰਦੀਆਂ। ਅੱਗੇ ਕਿਵੇਂ ਤੁਰੋਗੇ ਤੁਸੀਂ? ਪਹਿਲਾਂ ਤਰ੍ਹਾਂ ਜਿਵੇਂ ਉਸ ਦਿਨ ਮਾਨਸੇ ਲਾਇਆ ਸੀਗਾ ਜਾਂ ਸ਼ੰਭੂ ਲਾਇਆ, ਜਾਂ ਫਿਰ ਜਥੇਬੰਦੀਆਂ ਨਾਲ ਹੁਣ ਰਲ ਕੇ ਹੀ ਚੱਲੋਗੇ? ਬਿਲਕੁਲ ਜੀ, ਹੁਣ ਅਸੀਂ ਅੱਜ ਇਹੀ ਫੈਸਲਾ ਲਿਆ ਕਿ ਅਸੀਂ ਹੁਣ ਜਿਹੜਾ ਅਗਲਾ ਕੋਈ ਵੀ ਪਲਾਨ ਹੋਊਗਾ ਨਾ, ਕਿਸਾਨ ਜਥੇਬੰਦੀਆਂ ਸਾਨੂੰ ਲੀਡ ਕਰਨਗੀਆਂ। ਕਿਉਂਕਿ ਕਈ ਵਾਰ ਪਤਾ ਕੀ ਹੁੰਦਾ ਬਾਈ ਜੀ, ਹੁਣ ਅਸੀਂ ਜੋਸ਼ ਦੇ ਵਿੱਚ ਆ ਕੇ ਵੀ ਸਾਨੂੰ ਇਕੱਠ ਵੱਧ ਹੋ ਜਾਂਦਾ, ਅਸੀਂ ਜੋਸ਼ 'ਚ ਆ ਕੇ ਕੋਈ ਇਹੋ ਜਿਹਾ ਫੈਸਲਾ ਦੇ ਦਈਏ ਜਾਂ ਕੋਈ ਇਹੋ ਜਿਹਾ ਭੜਕਾਊ ਭਾਸ਼ਣ ਦੇ ਦਈਏ ਜਿਹਦਾ ਕੋਈ ਸਿਰ ਪੈਰ ਨਾ ਹੋਵੇ, ਉਹਦੀ ਕੋਈ ਸੈਂਸ ਨਹੀਂ ਬਣਦੀ। ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਚੱਲਣਾ ਬਹੁਤ ਜ਼ਰੂਰੀ ਹੈ। ਉਹਨਾਂ ਨੂੰ ਜਿਹੜੇ ਮੁੱਦੇ ਬਰੀਕੀ 'ਚ ਪਤਾ ਹੈ, ਜਿੰਨੀ ਸਾਡੀ ਉਮਰ ਹੈ ਉਹਨਾਂ ਤਾਂ ਉਹਨਾਂ ਨੂੰ ਟਾਈਮ ਹੋ ਗਿਆ ਇਹ ਆਪਦੇ ਮੁੱਦਿਆਂ ਨੂੰ ਲੜਨ ਦਾ। ਉਹਨਾਂ ਦੀ ਸਲਾਹ ਨਾਲ ਚੱਲਾਂਗੇ, ਜਿਵੇਂ ਉਹ ਸਾਨੂੰ ਡਾਇਰੈਕਟ ਕਰਨਗੇ ਅਸੀਂ ਉਵੇਂ ਚੱਲਾਂਗੇ। ਕੁਝ ਆਪਦੇ ਪੁਆਇੰਟ ਵੀ ਰੱਖਾਂਗੇ, ਕੁਝ ਉਹਨਾਂ ਦੀਆਂ ਵੀ ਮੰਨਾਂਗੇ, ਸਾਡੀ ਜਿਹੜੀ ਮੰਨਣਯੋਗ ਹੋਈ ਉਹ ਵੀ ਮੰਨਣਗੇ। ਆਖਰ ਦੇ ਵਿੱਚ ਵੈਸੇ ਤਾਂ ਇਹ ਮੌਕਾ ਨਹੀਂ ਹੁੰਦਾ ਔਰ ਉਹੋ ਜਿਹੇ ਮੂਡ ਦੇ ਵਿੱਚ ਨਾ ਤੁਸੀਂ ਉਹ ਨਾ ਦੇਖਣ ਵਾਲਾ ਹੁੰਦਾ ਹੈ, ਪਰ ਕਿਸਾਨੀ ਨਾਲ ਸੰਬੰਧਿਤ ਜੇ ਕੋਈ ਗੀਤ ਤੁਸੀਂ ਇਹਨਾਂ ਦਿਨਾਂ 'ਚ ਗਾਇਆ ਹੈ ਜਾਂ ਸੁਣਾਉਣਾ ਚਾਹੁੰਦੇ ਹੋ? ਮੈਂ ਇੱਕ ਗੀਤ ਹੈ ਜੀ ਮੇਰਾ, ਪਹਿਲੀ ਦਿਨ ਹੀ ਆਇਆ ਸੀਗਾ, ਉਹ ਘੱਟ ਸੁਣਿਆ ਕਿਉਂਕਿ ਸੋਸ਼ਲ ਗੀਤ ਸੀਗਾ, ਅੱਜ ਦੇ ਹਾਲਾਤ ਤੇ ਢੁਕਦਾ, ਉਹਦੀਆਂ 2 ਲਾਈਨਾਂ ਸੁਣਾਉਣਾ ਜੀ। ਹੋਇਆ ਨਹੀਂ ਅਜੇ ਕਵੇਲਾ, ਚੱਲਦਾ ਹੈ ਮਾੜਾ ਵੇਲਾ, ਹੋਇਆ ਨਹੀਂ ਅਜੇ ਕਵੇਲਾ, ਚੱਲਦਾ ਹੈ ਮਾੜਾ ਵੇਲਾ, ਦੇਖ ਲਈ ਟੈਸਟ ਕਰਾ ਕੇ ਗੈਰਤ ਨਹੀਂ ਹੋਈ ਊਣੀ, ਮਰਦਾਂ ਦੀ ਛਾਤੀ ਨੂੰ ਨਾ ਜ਼ਖਮਾਂ ਦੇ ਖੌਫ ਵੈਰੀਆ, ਖੂਨ ਦਾ ਛਿੱਟਾ ਦੇ ਕੇ ਕਰਦੇ ਆ ਪੱਗ ਦੀ ਪੂਣੀ। ਇਹ ਦਿੱਲੀ ਤੱਕ ਜਾਊਗੀ ਆਵਾਜ਼, ਮੋਦੀ ਪ੍ਰਧਾਨ ਮੰਤਰੀ ਸੁਣਨਗੇ? ਬਿਲਕੁਲ ਜੀ, ਜਾਣੀ ਚਾਹੀਦੀ, ਆਪਦੇ ਵੱਲੋਂ ਪੂਰਾ ਜ਼ੋਰ ਹੈ। ਨਹੀਂ ਜਾਊਗੀ ਦੁਬਾਰਾ ਬੋਲਾਂਗੇ, ਫਿਰ ਨਹੀਂ ਜਾਊਗੀ ਫਿਰ ਦੁਬਾਰੇ ਬੋਲਾਂਗੇ। ਤੁਸੀਂ ਵੀ ਇਹ ਮੰਨਦੇ ਹੋ ਇੱਕ ਨਾਰਾ ਚੱਲ ਰਿਹਾ ਹੈ ਪ੍ਰਧਾਨ ਮੰਤਰੀ ਦਾ ਕਿ ਨਰਿੰਦਰ ਮੋਦੀ ਕਿਸਾਨ ਵਿਰੋਧੀ? ਚੱਲ ਰਿਹਾ ਜੀ, ਬਿਲਕੁਲ ਚੱਲ ਰਿਹਾ, ਐਂਡ ਇਹ ਨਹੀਂ ਚੱਲ ਰਿਹਾ, ਬਥੇਰਾ ਕੁਝ ਚੱਲ ਰਿਹਾ, ਤੁਹਾਨੂੰ ਵੀ ਪਤਾ ਹੀ ਹੈ। ਦੇਖੋ ਸੈਂਟਰ ਦੇ ਵਿੱਚ ਉਹ ਸਾਡੇ ਦੇਸ਼ ਦੇ, ਤੁਸੀਂ ਕਹਿ ਸਕਦੇ ਹੋ ਸਾਡਾ ਦੇਸ਼ ਦੀ ਕਮਾਨ ਉਹਨਾਂ ਦੇ ਹੱਥ ਹੈ, ਪ੍ਰਧਾਨ ਨੇ, ਮੰਤਰੀਆਂ ਦੇ ਪ੍ਰਧਾਨ। ਜਿਹੜਾ ਫੈਸਲਾ ਲਿਆ ਜਾਊਗਾ ਉਹਨਾਂ ਦੀ ਸਹਿਮਤੀ ਨਾਲ ਲਿਆ ਜਾਊਗਾ, ਤੇ ਜੇ ਕਿਸੇ ਫੈਸਲੇ ਦਾ ਵਿਰੋਧ ਹੋ ਰਿਹਾ ਤਾਂ ਇਹ ਉਹਨਾਂ ਦਾ ਲਿਆ ਹੋਇਆ ਫੈਸਲਾ, ਤਾਂ ਵਿਰੋਧ ਹੋ ਰਿਹਾ। ਦਿੱਲੀ ਦੇ ਤਖਤ ਤੇ ਪਹਿਲਾਂ ਵੀ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਸੂਰਮੇ ਬੈਠੇ ਆ ਜਾ ਕੇ ਔਰ ਹਲਾਏ ਆ ਤਖਤ ਅਸੀਂ, ਉਹ ਇਸ ਵਾਰ ਸਮਰਥਾ ਰੱਖਦੇ ਆ। ਸਾਨੂੰ ਕਿਹਾ ਜਾਂਦਾ ਸੀ 70%, ਹੁਣ ਤੁਸੀਂ ਨਸ਼ੇ ਕਰਨ ਲੱਗ ਗਏ। ਦੇਖ ਲਓ ਜੀ, ਫਿਰ ਅੱਜ ਨਸ਼ੇ ਵਾਲੇ ਆਏ ਸੀ ਕਿ ਕੌਣ ਆਇਆ ਸੀ? ਮਾਨਸੇ ਵੀ ਅਸੀਂ ਦਿਖਾਇਆ, ਇੱਥੇ ਵੀ ਆਇਆ, ਅਸੀਂ ਨਹੀਂ ਦਿਖਾਇਆ, ਯੂਥ ਨੇ ਦਿਖਾਇਆ ਵੀ ਸਾਨੂੰ ਐਡਾ ਲਾਈਟਲੀ ਨਾ ਲਾਓ, ਹਰੇਕ ਬੰਦਾ ਟੀਕਾ ਨਹੀਂ ਲਾਉਂਦਾ। ਅੱਜ ਸਾਡੇ ਇੱਥੇ ਇੰਨਾ ਇਕੱਠ ਹੋਇਆ ਹੋਇਆ ਸੀ, ਸਾਡੇ ਇੰਨਾ ਇਕੱਠ 'ਚੋਂ ਤਾਂ ਕੋਈ ਉੱਠ ਕੇ ਗਿਆ ਨਹੀਂ ਵੀ ਮੇਰਾ ਭਾਈ ਫੀਮ ਖਾਨ ਦਾ ਟਾਈਮ ਹੋ ਗਿਆ ਜਾਂ ਮੇਰਾ ਪੈਗ ਲਾਉਣ ਦਾ ਟਾਈਮ ਹੋ ਗਿਆ ਜਾਂ ਮੈਂ ਬਾਈ ਤੁਸੀਂ ਬੈਠੋ ਮੈਂ ਚੱਟਾ ਲਾ ਕੇ ਆਇਆ। ਉਵੇਂ ਦਾ ਉਵੇਂ ਇਕੱਠ 4 ਘੰਟੇ ਸ਼ਾਂਤੀ ਨਾਲ ਬੈਠ ਕੇ ਸਾਨੂੰ ਸੁਣਦਾ ਰਿਹਾ। ਸੋ ਇੱਥੋਂ ਪਤਾ ਲੱਗਦਾ ਬਾਈ ਜੀ ਡੀਫੇਮ ਕਰਨਾ ਨਹੀਂ ਚਾਹੀਦਾ। ਹਾਂ, ਕਿੰਤੂ ਪਰੰਤੂ ਵਾਲੀ ਚੀਜ਼ ਆ, ਉਹਨੂੰ ਕਿੰਤੂ ਪਰੰਤੂ ਵੀ ਕਰੋ, ਉਹ 'ਚ ਸੁਧਾਰ ਲਿਆਓ, ਪਰ ਇਹ ਨਹੀਂ ਹੈਗਾ ਵੀ ਪੰਜਾਬ ਦੇ ਮੁੰਡੇ ਖੁੰਡੇ ਨਸ਼ੇ ਕਰਦੇ ਆ ਜੀ ਗੱਲ ਨਵੇੜੀ ਖਤਮ, ਉਹ ਤਾਂ ਫਿਰ ਪ੍ਰੋਪੇਗੈਂਡਾ ਹੋਇਆ ਨਾ। ਪੰਜਾਬ ਦੇ ਕਲਾਕਾਰਾਂ ਨੇ ਇਕੱਠੇ ਹੋ ਕੇ ਸਾਬਤ ਕੀਤਾ ਹੈ ਕਿ ਜ਼ਮੀਰਾਂ ਕਲਾਕਾਰਾਂ ਦੀਆਂ ਜਿਉਂਦੀਆਂ ਨੇ, ਅਕਸਰ ਜੋ ਚਰਚਾਵਾਂ ਹੁੰਦੀਆਂ ਰਹੀਆਂ ਉਹਨੂੰ ਠੱਲ ਪਾਈ ਹੈ। ਬਾਈ ਜੀ ਬਹੁਤ ਖੁਸ਼ੀ ਹੈ ਇਸ ਚੀਜ਼ ਦੀ, ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿਸੇ ਵੀ ਆਰਟਿਸਟ ਵੀਰ ਭਰਾ ਦਾ, ਕਿਸੇ ਇੱਕ ਦਾ ਨਾਂ ਨਹੀਂ ਲਊਂਗਾ ਕਿਉਂਕਿ ਫਿਰ ਉਹ ਕਹਿ ਲੈ ਜ਼ਿਆਦਤੀ ਹੋ ਜਾਂਦੀ ਹੈ। ਸਾਰੇ ਇਕੱਠੇ ਹੋ ਗਏ, ਸਾਰੇ ਇਕੱਠੇ ਹੋ ਗਏ। ਸਾਡੀ ਜਦੋਂ ਹੁਣ ਫੋਨਾਂ ਤੇ ਗੱਲ ਹੋ ਰਹੀ ਹੈ ਨਾ ਪਿਛਲੇ 15-20 ਦਿਨ ਤੋਂ, ਮੈਂ ਤੁਹਾਨੂੰ ਗਰੰਟੀ ਦਿੰਦਾ ਕਿਸੇ ਵੀ ਵੀਰ ਭਰਾ ਨੇ ਐਂ ਡਿਸਕਸ ਨਹੀਂ ਕੀਤਾ ਵੀ ਮੇਰਾ ਭਾਈ ਫਲਾਨਾ ਗਾਣਾ ਆ ਰਿਹਾ ਵੀਰੇ, ਤੇਰਾ ਕਿਹੜਾ ਆ ਰਿਹਾ। ਉਹ ਇਹ ਕਹਿ ਰਿਹਾ ਵੀਰੇ ਅਗਲੀ ਪਲੈਨਿੰਗ ਦੱਸੋ,
ਕੀ ਕਰਨੀ ਅਗਲੀ ਪਲੈਨਿੰਗ ਕੀ ਆ, ਆਪਾਂ ਕਿੱਥੇ ਜਾਣਾ, ਕਿੱਥੇ ਇਕੱਠ ਕਰਨਾ, ਕਿੱਦਾਂ ਬੋਲੀਏ, ਕਿਹੜੇ ਪੁਆਇੰਟ ਆ ਜੋ ਪਿਛਲੀ ਰੈਲੀ ਤੇ ਰਹਿ ਗਏ, ਪਿਛਲੇ ਧਰਨੇ ਤੇ ਰਹਿ ਗਏ, ਅਸਲੀ ਵਾਰੀ ਚੱਕੀਏ। ਸੋ ਸ਼ੁਕਰਗੁਜ਼ਾਰ ਹਾਂ ਜੀ ਉਸ ਇੰਡਸਟਰੀ ਦਾ ਹਿੱਸਾ ਕਿ ਜਿਹਨੂੰ ਕਹਿ ਸਕਦੇ ਆ ਵੀ ਜਦੋਂ ਪ੍ਰੋਬਲਮ ਆਈ ਤਾਂ ਮੂਹਰੇ ਆਈ। ਬਹੁਤ ਧੰਨਵਾਦ ਗੱਲਬਾਤ ਕਰਨ ਵਾਸਤੇ, ਔਰ ਉਮੀਦ ਹੈ ਕਿ ਇਹ ਸਿਰ ਨਾਲ ਸਿਰ ਜੋੜ ਕੇ ਤੁਸੀਂ ਨਹੀਂ, ਸਾਰੇ ਹੀ ਹੋਰ ਵਰਗ ਵੀ ਤੁਹਾਡੇ ਨਾਲ ਆ ਖੜਨਗੇ। ਸਾਰੇ ਤੁਰਨ ਜੀ, ਵਪਾਰੀ ਵਰਗ। ਅੱਛਾ, ਇਹ ਲੋਕ ਵਿਰੋਧੀ ਬਿੱਲ ਹੈ, ਕਿਸਾਨ ਵਿਰੋਧੀ ਬਿੱਲ ਤਾਂ ਹੈ ਹੀ ਹੈ, ਇਹ ਲੋਕ ਵਿਰੋਧੀ ਬਿੱਲ ਹੈ। ਜਿਹੜਾ ਕੋਈ ਬੰਦਾ ਘਰੇ ਏਸੀ 'ਚ ਬੈਠਾ ਇਹ ਸੋਚ ਰਿਹਾ ਵੀ ਯਾਰ ਚੱਲ ਕਿਸਾਨਾਂ ਨਾਲ ਹੋ ਰਿਹਾ, ਸਾਡਾ ਤਾਂ ਹੋਣਾ ਨਹੀਂ। ਬਾਈ ਜੀ, ਜਦੋਂ ਮਿਡਲ ਕਲਾਸ ਫੈਮਿਲੀ, ਲੋਅਰ ਮਿਡਲ ਕਲਾਸ ਫੈਮਿਲੀ ਕੋਲੇ ਪੈਸਾ ਹੀ ਨਾ ਰਿਹਾ ਤਾਂ ਤੁਹਾਡੇ ਬਿਜ਼ਨਸਾਂ ਦੇ ਵਿੱਚ ਐਜ਼ ਅ ਕਸਟਮਰ ਕੌਣ ਆਊਗਾ? ਮੈਨੂੰ ਇਹ ਤਾਂ ਦੱਸ ਦਿਓ। ਸੋ ਸਾਰਿਆਂ ਨੂੰ ਮੈਂ ਇਹ ਕਹਿਣਾ, ਇਹ ਲੋਕ ਵਿਰੋਧੀ ਬਿੱਲ ਹੈ ਤਾਂ ਲੜ ਕੇ ਡਟ ਕੇ ਸਾਹਮਣਾ ਕਰਨਾ ਚਾਹੀਦਾ। ਧੰਨਵਾਦ। ਅੰਮ੍ਰਿਤ ਮਾਨ ਨੇ ਇਸ ਸੰਘਰਸ਼ ਦੇ ਵਿੱਚ ਆਪਣਾ ਪੈਰ ਧਰਿਆ ਤੇ ਸਾਥ ਹਰੇਕ ਦਾ ਹੈ। ਕੈਮਰਾ ਪਰਸਨ ਰਾਜਵਿੰਦਰ ਟੋਨੀ ਦੇ ਨਾਲ ਸਿਮਰਨਜੋਤ ਸਿੰਘ, ਡੇਲੀ ਪੋਸਟ, ਬਠਿੰਡਾ।